Hello everyone and welcome back to Sabbath School. ਤੁਹਾਨੂੰ ਸਾਰਿਆਂ ਨੂੰ ਸਬਤ ਸਕੂਲ ਦੇ ਆਉਣ ਲਈ ਜੀ ਆਇਆਂ। This week we're on lesson number 7. ਅੱਜ ਦਾ ਜਿਹੜਾ ਸਾਡਾ ਸਬਕ ਹੈ ਉਹ 7 ਨੰਬਰ ਹੈ। The topic for this week is language, text, and context. ਔਰ ਇਸ ਹਫਤੇ ਦਾ ਜੋ ਸਰਲੇਖ ਹੈ ਉਹ ਬਾਈਬਲ ਦੇ ਭਾਸ਼ਾ, ਹਵਾਲੇ ਤੇ ਉਹਦਾ ਪ੍ਰਸੰਗ। My name is James ਆਪ ਦਾ ਨਾਮ ਜੇਮਸ ਹੈ and this is my dad, Pastor Delbir Massey. ਔਰ ਮੇਰਾ ਨਾਮ ਪਾਸਟਰ ਦਲਬੀਰ ਮੈਸੀ ਹੈ। I'm going to be speaking in English and my dad will be interpreting in Punjabi. ਆਪ ਅੰਗਰੇਜ਼ੀ ਵਿੱਚ ਬੋਲਣਗੇ, ਮੈਂ ਇਹਨਾਂ ਦਾ ਉਲੱਥਾ ਕਰਾਂਗਾ ਪੰਜਾਬੀ ਵਿੱਚ। So let's dive right into this week's lesson. ਆਓ ਆਪਾਂ ਸਿੱਧੇ ਹੁਣ ਸਬਕ ਵੱਲ ਧਿਆਨ ਕਰੀਏ। So let's look at what we're going to study. ਆਓ ਥੋੜੀ ਜਿਹੀ ਝਾਤੀ ਮਾਰੀਏ ਕਿਹੜੀਆਂ ਗੱਲਾਂ ਲੈਸਨ ਦੇ ਵਿੱਚ ਸਿੱਖਾਂਗੇ। So throughout history, ਤਮਾਮ ਇਤਿਹਾਸ ਦੇ ਵਿੱਚ ਜੋ ਗੁਜ਼ਰ ਗਿਆ, there have been many times where people could not read the Bible in their own language. ਜਦੋਂ ਕਿ ਬਹੁਤ ਸਾਰੇ ਲੋਕ ਸਨ ਜਿਹੜੇ ਕਿ ਆਪਣੀ ਭਾਸ਼ਾ ਦੇ ਵਿੱਚ ਬਾਈਬਲ ਨੂੰ ਨਹੀਂ ਪੜ੍ਹ ਸਕਦੇ ਸਨ। But now 95% of the earth can. ਹੁਣ ਸਾਰੀ ਦੁਨੀਆ ਦੇ ਵਿੱਚੋਂ 95% ਜਿਹੜੇ ਲੋਕ ਨੇ ਉਹ ਆਪਣੀ ਭਾਸ਼ਾ ਦੇ ਵਿੱਚ ਬਾਈਬਲ ਪੜ੍ਹ ਸਕਦੇ ਨੇ। Now, even though we're able to read the Bible in our own language, ਭਾਵੇਂ ਅਸੀਂ ਆਪਣੀ ਜ਼ੁਬਾਨ ਵਿੱਚ ਬਾਈਬਲ ਨੂੰ ਪੜ੍ਹ ਸਕਦੇ ਹਾਂ, there are things we need to know about the original languages. ਔਰ ਫਿਰ ਵੀ ਇਹ ਜ਼ਰੂਰੀ ਹੈ ਸਮਝਣ ਵਾਸਤੇ ਕਿ ਮੁੱਢਲੀਆਂ ਜ਼ੁਬਾਨਾਂ ਦੇ ਵਿੱਚ ਜਿਹੜੀ ਬਾਈਬਲ ਲਿਖੀ ਗਈ ਸੀ ਉਹਨਾਂ ਨੂੰ ਜਾਣਨਾ। We need to understand the concept of language. ਔਰ ਫਿਰ ਉਹਨਾਂ ਦਾ ਜਿਹੜੀ ਭਾਸ਼ਾ ਹੈ ਉਹਨਾਂ ਦਾ ਟਕਰਾਅ ਜਿਹੜਾ ਹੈ ਜਾਂ ਪ੍ਰਸੰਗ ਦੇ ਨਾਲ ਕੀ ਸੰਬੰਧ ਹੈ। We need to understand how words are used. ਔਰ ਫਿਰ ਜੋ ਸ਼ਬਦ ਵਰਤੇ ਗਏ ਨੇ ਉਹ ਉਹਨਾਂ ਦਾ ਕਿਹਨਾਂ ਗੱਲਾਂ ਦਾ ਉਹਨਾਂ ਦਾ ਅਰਥ ਕੀ ਹੋਏਗਾ। We need to look at when words are repeated. ਔਰ ਫਿਰ ਅਸੀਂ ਇਹ ਵੀ ਦੇਖਣਾ ਕਿ ਬਹੁਤ ਵਾਰੀ ਕਈ ਸ਼ਬਦ ਨੇ ਉਹ ਬਾਰ-ਬਾਰ ਬੋਲੇ ਗਏ ਜਾਂ ਲਿਖੇ ਗਏ ਨੇ। We need to look at the context in which words are used. ਔਰ ਫਿਰ ਅਸੀਂ ਦੇਖਾਂਗੇ ਕਿ ਉਹ ਜਿਹੜੇ ਸ਼ਬਦ ਨੇ ਉਹਨਾਂ ਦਾ ਸੰਬੰਧ ਪ੍ਰਸੰਗ ਦੇ ਜਿਹਦੇ ਬਾਰੇ ਵਿਚਾਰ ਹੋ ਰਹੀ ਹੈ ਉਸ ਪ੍ਰਸੰਗ ਦੇ ਨਾਲ ਕੀ ਨਾਤਾ ਹੈ। And then we're going to finish by looking at the authorship of the books of the Bible. ਔਰ ਫਿਰ ਅਸੀਂ ਦੇਖਾਂਗੇ ਕਿ ਜੋ ਬਾਈਬਲ ਦੇ ਲਿਖਾਰੀ ਹੋਏ ਨੇ ਉਹਨਾਂ ਦਾ ਕੀ ਸੰਬੰਧ ਹੈ। So let's jump right into language. ਆਓ ਅਸੀਂ ਸਭ ਤੋਂ ਪਹਿਲਾਂ ਜਿਹੜੀਆਂ ਬਾਈਬਲ ਦੀਆਂ ਭਾਸ਼ਾ ਨੇ ਉਹਨਾਂ ਬਾਰੇ ਦੇਖੀਏ। So in the Old Testament, God chose a people. ਔਰ ਪੁਰਾਣੇ ਨੇਮ ਦੇ ਵਿੱਚ ਪ੍ਰਭੂ ਨੇ ਬਹੁਤ ਸਾਰੇ ਲੋਕਾਂ ਨੂੰ ਇਸ ਕੰਮ ਲਈ ਚੁਣਿਆ। And God wanted them to share with the entire world His message. ਔਰ ਪ੍ਰਭੂ ਚਾਹੁੰਦਾ ਸੀ ਕਿ ਉਸੇ ਜ਼ਬਾਨ ਦੇ ਵਿੱਚ ਚੁਣੇ ਹੋਏ ਲੋਕਾਂ ਨੂੰ ਇਹ ਕਹੇ ਕਿ ਉਹ ਸੰਦੇਸ਼ ਸਾਰੀ ਦੁਨੀਆ ਦੇ ਲੋਕਾਂ ਨੂੰ ਦੱਸ ਸਕਣ। When God spoke to them, He used their language, Hebrew. ਔਰ ਜਦੋਂ ਪ੍ਰਭੂ ਨੇ ਉਹਨਾਂ ਨੂੰ ਚੁਣਿਆ, ਜਦੋਂ ਮੁੜ ਦੇ ਵਿੱਚ ਇਬਰਾਨੀ ਜ਼ੁਬਾਨ ਦੇ ਵਿੱਚ ਉਹ ਲੋਕ ਜਿਹੜੀ ਜਾਣਦੇ ਸੀ ਇਬਰਾਨੀ, ਉਹਦੇ ਵਿੱਚ ਬਾਈਬਲ ਦੱਸੀ ਗਈ। Now in the Old Testament, we also see some were written in Aramaic. ਫਿਰ ਕੁਝ ਹਿੱਸਾ ਪੁਰਾਣੇ ਨੇਮ ਦੇ ਵਿੱਚ ਅਰਾਮਿਕ ਜ਼ੁਬਾਨ ਦੇ ਵਿੱਚ ਵੀ ਲਿਖਿਆ ਗਿਆ। That's because Aramaic was becoming a common language at that time. ਕਿਉਂਕਿ ਉਸ ਵੇਲੇ ਸਾਰੇ ਲੋਕਾਂ ਦੀ ਜ਼ੁਬਾਨ ਜਿਹੜੀ ਸੀ ਜਾਂ ਭਾਸ਼ਾ ਜਿਹੜੀ ਸੀ ਉਹ ਅਰਾਮਿਕ ਜਿਹੜੀ ਸੀ ਉਹ ਲੋਕਾਂ ਦੇ ਵਿੱਚ ਆ ਗਈ ਜੋ ਕਿ ਬੋਲਦੇ ਸਨ। By the time we get to the New Testament, we see everyone speaking Greek. ਔਰ ਜਦੋਂ ਅਸੀਂ ਨਵੇਂ ਨੇਮ ਦੇ ਵਿੱਚ ਦੇਖਦੇ ਹਾਂ ਕਿ ਜ਼ਿਆਦਾਤਰ ਲੋਕ ਜਿਹੜੇ ਸੀ ਉਹ ਯੂਨਾਨੀ ਭਾਸ਼ਾ ਬੋਲਦੇ ਸਨ। Today we have many different translations into many different languages. ਔਰ ਅੱਜ ਕੱਲ੍ਹ ਅਸੀਂ ਦੇਖਦੇ ਹਾਂ ਕਿ ਬਾਈਬਲ ਦਾ ਉਲੱਥਾ ਜਿਹੜਾ ਹੈ ਬਹੁਤ ਸਾਰੀਆਂ ਭਾਸ਼ਾ ਦੇ ਵਿੱਚ ਹੋ ਚੁੱਕਿਆ ਹੈ। Now this is wonderful. ਔਰ ਇੱਕ ਬੜੀ ਅੱਛੀ ਗੱਲ ਹੈ। Because for thousands of years people could not read the Bible in their own language. ਕਿਉਂਕਿ 1000 ਸਾਲ ਗੁਜ਼ਰ ਗਏ ਜਦੋਂ ਕਿ ਲੋਕਾਂ ਨੂੰ ਆਪਣੀ ਭਾਸ਼ਾ ਦੇ ਵਿੱਚ ਬਾਈਬਲ ਪੜ੍ਹਨ ਵਾਸਤੇ ਨਹੀਂ ਸੀ ਮਿਲਦੀ। And very few people in the world speak Hebrew and Greek. ਔਰ ਉਸ ਸਮੇਂ ਬਹੁਤ ਘੱਟ ਲੋਕ ਸੀ ਜਿਹੜੇ ਕਿ ਯੂਨਾਨੀ ਜਾਂ ਇਬਰਾਨੀ ਭਾਸ਼ਾ ਜਿਹਦੇ ਵਿੱਚ ਬਾਈਬਲ ਲਿਖੀ ਗਈ ਸੀ ਉਹ ਜਾਣਦੇ ਸਨ। But these were the languages that the Bible was written in. ਔਰ ਲੇਕਿਨ ਉਹਨਾਂ ਦੀ ਜ਼ੁਬਾਨ ਦੇ ਵਿੱਚ ਭਾਸ਼ਾ ਦੇ ਵਿੱਚ ਉਹਨਾਂ ਦੇ ਸ਼ਬਦਾਂ ਦੇ ਵਿੱਚ ਬਾਈਬਲ ਜਿਹੜੀ ਸੀ ਉਹ ਲਿਖੀ ਗਈ। So it helps us to understand a little bit about the Hebrew and the Aramaic and the Greek. ਔਰ ਅਸੀਂ ਹੁਣ ਦੇਖਦੇ ਹਾਂ ਕਿ ਬਾਈਬਲ ਨੂੰ ਪੜ੍ਹ ਕੇ ਅਸੀਂ ਮੁੱਢਲੀਆਂ ਜ਼ਬਾਨਾਂ ਜਿਹੜੀਆਂ ਇਬਰਾਨੀ ਜਾਂ ਅਰਾਮਿਕ ਜਾਂ ਯੂਨਾਨੀ ਹੈ
ਉਹਦੇ ਬਾਰੇ ਵੀ ਕੁਝ ਸਮਝ ਸਕਦੇ ਹਾਂ। Now, in the Hebrew, like the Greek language, ਔਰ ਇਬਰਾਨੀ ਵਿੱਚ ਵੀ ਇਸੇ ਤਰ੍ਹਾਂ ਯੂਨਾਨੀ ਭਾਸ਼ਾ ਵਿੱਚ ਵੀ it's just like most other languages. ਔਰ ਇਹ ਵੀ ਉਸ ਤਰ੍ਹਾਂ ਹੀ ਆ ਜਿਸ ਤਰ੍ਹਾਂ ਕਿ ਦੂਸਰੀਆਂ ਭਾਸ਼ਾ ਸਨ। They have words that mean many different things. ਜਿੱਦਾਂ ਕਿ ਉਹਨਾਂ ਭਾਸ਼ਾ ਦੇ ਵਿੱਚ ਵੀ ਬਹੁਤ ਸਾਰੇ ਇਹੋ ਜਿਹੇ ਸ਼ਬਦ ਸਨ ਜਿਨ੍ਹਾਂ ਦਾ ਅਰਥ ਜਿਹੜਾ ਸੀ ਉਹ ਬਹੁਤ ਸਾਰਾ ਅਲੱਗ-ਅਲੱਗ ਹੋ ਸਕਦਾ ਸੀ। It's very common even in English. ਔਰ ਇਸੇ ਤਰੀਕੇ ਨਾਲ ਅੰਗਰੇਜ਼ੀ ਵਿੱਚ ਵੀ ਦੇਖਦੇ ਹਾਂ ਕਿ ਇੱਕ ਸ਼ਬਦ ਦੇ ਬਹੁਤ ਸਾਰੇ ਅਰਥ ਨਿਕਲ ਸਕਦੇ ਹਨ। For one word to have multiple meanings. ਇੱਕ ਹੀ ਸ਼ਬਦ ਦੇ ਬਹੁਤ ਸਾਰੇ ਅਰਥ ਜਿਹੜੇ ਨੇ ਨਿਕਲ ਸਕਦੇ ਨੇ। Hebrew and Greek are no different. ਔਰ ਇਸੇ ਤਰੀਕੇ ਨਾਲ ਇਬਰਾਨੀਆਂ ਵਿੱਚ ਔਰ ਨਾ ਯੂਨਾਨੀ ਦੇ ਵਿੱਚ ਵੀ ਅਲੱਗ ਗੱਲ ਨਹੀਂ ਹੈ, ਉਹਨਾਂ ਦਾ ਵੀ ਇਸ ਤਰ੍ਹਾਂ ਸੀ। Here are some examples. ਜਿਸ ਤਰ੍ਹਾਂ ਅਸੀਂ ਦੇਖਦੇ ਹਾਂ ਉਦਾਹਰਣ ਦੇ ਤੌਰ ਤੇ In the Bible, ਬਾਈਬਲ ਵਿੱਚ the word chesed in Hebrew ਔਰ ਇਬਰਾਨੀ ਦੇ ਵਿੱਚ ਇੱਕ ਸ਼ਬਦ ਆਇਆ ਜਿਸ ਦਾ ਨਾਮ ਹੈ ਚੈਸਡ, is translated into many different English words. ਜਿਹਦਾ ਕਿ ਪੰਜਾਬੀ ਅੰਗਰੇਜ਼ੀ ਦੇ ਵਿੱਚ ਬਹੁਤ ਸਾਰੇ ਅਰਥ ਨਿਕਲ ਸਕਦੇ ਨੇ ਚੈਸਡ ਸ਼ਬਦ ਦੇ। This one word chesed ਇੱਕੋ ਹੀ ਸ਼ਬਦ ਚੈਸਡ ਜੋ ਹੈ is translated into grace, ਔਰ ਜਿਹਦੇ ਵਿੱਚ ਉਹਦਾ ਅਰਥ ਪ੍ਰਭੂ ਦੀ ਦਾ ਤਰਸ, it's translated into the English word goodness, ਔਰ ਫਿਰ ਉਹਦਾ ਅਰਥ ਭਲਾਈ ਵੀ ਨਿਕਲ ਸਕਦਾ ਹੈ, kindness and mercy, ਔਰ ਮਿਹਰਬਾਨੀ ਵੀ ਔਰ ਪ੍ਰਭੂ ਦਾ ਤਰਸ ਵੀ, and many other English words. ਔਰ ਇਸੇ ਤਰੀਕੇ ਨਾਲ ਹੋਰ ਕਈ ਅਰਥ ਜਿਹੜੇ ਨੇ ਇਹਦੇ ਨਿਕਲ ਸਕਦੇ ਨੇ ਅੰਗਰੇਜ਼ੀ ਵਿੱਚ। Now, the Hebrew word shalom. ਫਿਰ ਅਸੀਂ ਇੱਕ ਹੋਰ ਸ਼ਬਦ ਹੈ ਇਬਰਾਨੀ ਦਾ ਜਿਹਦਾ ਨਾਮ ਹੈ ਸਲਾਮ। It's one word but many meanings. ਇਹ ਇੱਕ ਸ਼ਬਦ ਹੈ ਲੇਕਿਨ ਇਹਦੇ ਅਰਥ ਬਹੁਤ ਸਾਰੇ ਨਿਕਲਦੇ ਨੇ। Sometimes it means peace between two people. ਕਦੀ ਕਦੀ ਇਹਦਾ ਅਰਥ ਇਹ ਵੀ ਹੋ ਸਕਦਾ ਹੈ ਕਿ ਦੋਹਾਂ ਪਾਰਟੀਆਂ ਦਾ ਮੇਲ ਹੋ ਜਾਣਾ। Sometimes it means inner peace. ਕਦੇ ਕਦੇ ਜਿਹੜੀ ਪਰਮਾਤਮਾ ਦੇ ਵਿੱਚ ਜਿਹੜੀ ਆਤਮਾ ਹੈ ਉਹਦੇ ਦੁਆਰੇ ਸਾਨੂੰ ਤਸੱਲੀ ਮਿਲਣੀ। Sometimes it means to feel whole or complete. ਔਰ ਕਦੇ ਕਦੇ ਇਸ ਦਾ ਇਹ ਵੀ ਅਰਥ ਹੋ ਸਕਦਾ ਕਿ ਇਹ ਬਿਲਕੁਲ ਅਸੀਂ ਮੁਕੰਮਲ ਹੋ ਗਏ ਹਾਂ। So again, this one word can be translated into many different English words. ਇਸੇ ਤਰੀਕੇ ਨਾਲ ਅੰਗਰੇਜ਼ੀ ਵਿੱਚ ਅਸੀਂ ਦੇਖਦੇ ਹਾਂ ਕਿ ਇਸ ਅਰਥ ਜੋ ਕਿ ਇਬਰਾਨੀ ਵਿੱਚ ਸ਼ਲੋਮ ਹੈ ਇਹਦੇ ਬਹੁਤ ਅਰਥ ਨਿਕਲਦੇ ਨੇ। Let's take a look at another example. ਫਿਰ ਇੱਕ ਹੋਰ ਅਸੀਂ ਇਹਦੀ ਉਦਾਹਰਣ ਦੇਖੀ ਇਸੇ ਸ਼ਬਦ ਦੀ। In the Old Testament, ਪੁਰਾਣੇ ਨੇਮ ਦੇ ਵਿੱਚ there are 5 different Hebrew words. ਔਰ ਉਹਦੇ ਵਿੱਚ ਜਿਹੜੇ ਨੇ 5 ਇਬਰਾਨੀ ਦੇ ਸ਼ਬਦ ਹਨ। Actually 6. ਦੇਖੀਏ ਖਾਸ ਤੌਰ ਤੇ ਤਾਂ ਉਹਦੇ 6 ਵੀ ਹੋ ਸਕਦੇ ਨੇ। We have the word she'ar, ਇੱਕ ਉਹਦਾ ਸ਼ਬਦ ਹੈ ਸ਼ਾਹਾਰ, palat, ਪਲਾਟ, malat, ਮੱਲਟ, yathar, ਯਾਥਾਰ, sarid, ਸਾਰੇਡ and aheret. ਐਂਡ ਆਹਰਿਤ। Now all of these 6 Hebrew words ਇਹ ਜਿਹੜੇ ਇਬਰਾਨੀ ਭਾਸ਼ਾ ਦੇ 6 ਸ਼ਬਦ ਜਿਨ੍ਹਾਂ ਨੂੰ ਅਸੀਂ ਉਚਾਰਿਆ ਹੈ have very unique meanings. ਇਹਨਾਂ ਦਾ ਇੱਕ ਜੋ ਅਰਥ ਹੈ ਉਹ ਬਹੁਤ ਹੀ ਲਾਸਾਨੀ ਜਿਹਾ ਹੈ। But in the English Bible, they're all translated remnant. ਲੇਕਿਨ ਅੰਗਰੇਜ਼ੀ ਦੇ ਵਿੱਚ ਇਹਨਾਂ ਸਾਰਿਆਂ ਦਾ ਸ਼ਬਦਾਂ ਦਾ 6 ਸ਼ਬਦਾਂ ਦਾ ਅਰਥ ਇੱਕੋ ਹੀ ਕੱਢਿਆ ਹੈ, ਬਾਕੀ ਰਹਿ ਗਿਆ ਜੋ। Another example is the English word wine in the Bible. ਔਰ ਫਿਰ ਇੱਕ ਹੋਰ ਸ਼ਬਦ ਹੈ ਅੰਗਰੇਜ਼ੀ ਦਾ ਜਿਹਨੂੰ ਅਸੀਂ ਕਹਿੰਦੇ ਹਾਂ ਵਾਈਨ VINE। Between the Hebrew and the Greek, ਇਬਰਾਨੀ ਔਰ ਯੂਨਾਨੀ ਦੇ ਵਿੱਚ there are probably 10 different words. ਇਹ ਇਸੇ ਵਾਈਨ ਦਾ ਅਰਥ ਜੋ ਹੈ ਉਹ 10 ਉਸ ਦੇ ਅਰਥ ਜਿਹੜੇ ਨੇ ਨਿਕਲ ਸਕਦੇ ਹਨ। These 10 different words describe a type of drink. ਔਰ ਇਹ 10 ਜੋ ਇਸ ਇੱਕ ਸ਼ਬਦ ਦੇ ਜੋ 10 ਅਰਥ ਨਿਕਲਦੇ ਨੇ ਉਹਨਾਂ ਦਾ ਭਾਵ ਇਹ ਹੈ ਕਿ 10 ਤਰ੍ਹਾਂ ਦਾ ਜੂਸ ਜਾਂ 10 ਤਰ੍ਹਾਂ ਦਾ ਸ਼ਰਬਤ ਜਿਹੜਾ ਹੈ 10 ਤਰ੍ਹਾਂ ਦਾ ਸ਼ਰਬਤ ਹੈ। But all of these 10 different words are translated in English to one word. ਲੇਕਿਨ ਇਹਨਾਂ ਸਾਰਿਆਂ 6 ਸ਼ਬਦਾਂ ਦਾ ਅਸੀਂ ਦੇਖਦੇ ਹਾਂ ਅਰਥ ਜਿਹੜਾ ਹੈ ਉਹ ਆਖਰਕਾਰ ਜੋ ਵਾਈਨ ਹੈ ਉਹਦਾ ਟਰਾਂਸਲੇਸ਼ਨ ਅੰਗਰੇਜ਼ੀ ਦੇ ਵਿੱਚ ਇੱਕੋ ਸ਼ਬਦ 'ਚ ਮੁੱਕ ਜਾਂਦਾ ਹੈ, ਵਾਈਨ VINE। That's correct. I understand what my dad's saying. ਕਹਿੰਦੇ ਨੇ ਕਿ
ਮੈਂ ਜੋ ਸ਼ਬਦ ਅੰਗਰੇਜ਼ੀ ਦੇ ਵਿੱਚ ਕਿਹਾ ਕਹਿੰਦੇ ਬਿਲਕੁਲ ਠੀਕ ਹੈ। All of these words are translated into one English word, wine. ਉਹ 10 ਸ਼ਰਬਤਾਂ ਦਾ ਅਰਥ ਇੱਕੋ ਹੀ ਸ਼ਬਦ ਦੇ ਵਿੱਚ ਅੰਗਰੇਜ਼ੀ ਵਿੱਚ ਕਿਹਾ ਗਿਆ ਹੈ, ਵਾਈਨ। So when you read the English word wine in the Bible, it's hard to know what it's really talking about. ਔਰ ਇਸ ਕਰਕੇ ਜਦੋਂ ਬਾਈਬਲ ਦੇ ਵਿੱਚ ਤੁਸੀਂ ਅੰਗਰੇਜ਼ੀ ਵਿੱਚ ਵਾਈਨ ਸ਼ਬਦ ਪੜੋਗੇ ਤੇ ਤੁਹਾਨੂੰ ਕੱਲਾ ਇਹ ਪੜੋਗੇ ਤੇ ਫਿਰ ਉਹਦਾ ਅਰਥ ਤੁਹਾਨੂੰ ਨਹੀਂ ਪਤਾ ਚੱਲੇਗਾ ਕਿ ਇਹਦਾ ਅਰਥ ਕੀ ਹੈ। Understanding all of these things about these languages, ਔਰ ਇਹਨਾਂ तमाम ਸ਼ਬਦਾਂ ਦਾ ਅਰਥ ਜੋ ਸਮਝਣ ਵਾਸਤੇ they really help us to understand the meaning of the Bible better. ਔਰ ਫਿਰ ਅਗਰ ਇਹਨਾਂ ਸ਼ਬਦਾਂ ਦਾ ਅਰਥ ਅਸੀਂ ਸਮਝਾਈਏ ਤੇ ਫਿਰ ਅਸੀਂ ਅੱਛੇ ਤਰੀਕੇ ਨਾਲ ਬਾਈਬਲ ਵਿੱਚ ਵੀ ਜਿੱਥੇ ਇਹ ਸ਼ਬਦ ਵਰਤਿਆ ਗਿਆ ਹੈ ਉਸ ਦਾ ਅਸੀਂ ਅਰਥ ਸਮਝ ਸਕਦੇ ਹਾਂ। Now let's look at how repetition is used in the Hebrew and Greek. ਔਰ ਫਿਰ ਤੁਸੀਂ ਇਹ ਵੀ ਦੇਖੋ ਕਿ ਇਬਰਾਨੀ ਵਿੱਚ ਔਰ ਯੂਨਾਨੀ ਭਾਸ਼ਾ ਵਿੱਚ ਕਈ ਵਾਰੀ ਇੱਕ ਸ਼ਬਦ ਜਿਹੜਾ ਹੈ ਉਹ ਬਾਰ-ਬਾਰ ਦੁਹਰਾਇਆ ਗਿਆ ਹੈ। In modern languages, we have something called punctuation. ਔਰ ਜਦੋਂ ਅੱਜ ਦੀਆਂ ਭਾਸ਼ਾ ਦੇ ਵਿੱਚ ਗ੍ਰਾਮਰ ਦੇ ਵਿੱਚ ਅਸੀਂ ਇਸਤੇਮਾਲ ਕਰਦੇ ਹਾਂ ਕਿ ਉਹਦੇ ਵਿੱਚ ਕੌਮੇ ਵਗੈਰਾ ਲਗਾਏ ਜਾਂਦੇ ਨੇ। When we want to emphasize a word in English, we use an exclamation point. ਔਰ ਕਈ ਵਾਰੀ ਜਦੋਂ ਅਸੀਂ ਅੱਜ ਦੀ ਜ਼ਬਾਨਾਂ ਵਿੱਚ ਉਹਦਾ ਅਰਥ ਸਮਝਣਾ ਚਾਹੁੰਦੇ ਹਾਂ ਤੇ ਕਦੇ-ਕਦੇ ਉਹਦੇ ਸਾਹਮਣੇ ਅਸੀਂ ਐਕਸਕਲੇਮੇਸ਼ਨ ਯਾਨੀ ਕਿ ਠਹਿਰਾਓ ਦਾ ਜਿਹੜਾ ਚਿੰਨ੍ਹ ਲਾ ਦਿੰਦੇ ਹਾਂ। And we have other ways to emphasize words as well. ਔਰ ਫਿਰ ਇੱਕ ਹੋਰ ਵੀ ਕਈ ਤਰੀਕਾ ਹੈ ਉਸ ਸ਼ਬਦ ਦਾ ਅਰਥ ਲੱਭਣ ਲਈ। For instance, look at the word repetition on this slide. ਔਰ ਤੁਸੀਂ ਇਹ ਪਿਕਚਰ ਦੇ ਵਿੱਚ ਦੇਖੋ ਜਿਹਦੇ ਵਿੱਚ ਸ਼ਬਦ ਆਇਆ ਹੈ, ਸ਼ਬਦ ਨੂੰ ਦੁਹਰਾਉਣਾ ਕਿੱਦਾਂ ਦੁਹਰਾਇਆ ਗਿਆ ਹੈ। I put all of the letters in capital. ਔਰ ਉਹ ਜਿਹੜੇ ਸਾਰੇ ਸ਼ਬਦ ਨੇ ਜਿਹੜੇ ਦੁਹਰਾਏ ਗਏ ਨੇ ਉਹ ਵੱਡੇ ਅੱਖਰਾਂ 'ਚ ਲਿਖੇ ਗਏ ਨੇ। And then I underlined the word. ਫਿਰ ਉਹਨਾਂ ਦੇ ਉੱਤੇ ਇਹਨਾਂ ਨੇ ਥੱਲੇ ਇੱਕ ਲਕੀਰ ਖਿੱਚ ਦਿੱਤੀ ਹੈ। In Hebrew, they didn't have this form of writing. ਲੇਕਿਨ ਇਬਰਾਨੀ ਦੀ ਲੈਂਗੁਏਜ ਜਦੋਂ ਅਸੀਂ ਭਾਸ਼ਾ ਵਿੱਚ ਬਾਈਬਲ ਲਿਖੀ ਗਈ ਹੈ ਤੇ ਉਦੋਂ ਕੋਈ ਇੱਦਾਂ ਦੇ ਨਿਸ਼ਾਨ ਨਹੀਂ ਸਨ। So in the Hebrew style of writing, ਇਬਰਾਨੀ ਦੇ ਵਿੱਚ ਭਾਸ਼ਾ ਦਾ ਜਿੱਦਾਂ ਲਿਖਿਆ ਜਾਂਦਾ ਹੈ ਜਿਸ ਤਰੀਕੇ ਨਾਲ ਲਿਖਦੇ ਸੀ, when they wanted to emphasize an idea or a word, they just repeated it over and over. ਜਦੋਂ ਉਹ ਇੱਕ ਸ਼ਬਦ ਦਾ ਅਰਥ ਜਿਹੜਾ ਉਹਨੂੰ ਉੱਥੇ ਜ਼ੋਰ ਦਿੰਦੇ ਸੀ ਤੇ ਉਹਦੇ ਵਿੱਚ ਉਹ ਉਸੇ ਸ਼ਬਦ ਨੂੰ ਜਿਸ ਦਾ ਮਤਲਬ ਸਮਝਣ ਵਾਸਤੇ ਉਹ ਜ਼ੋਰ ਦਿੰਦੇ ਸੀ ਉਸੇ ਸ਼ਬਦ ਨੂੰ ਉਹ ਬਾਰ-ਬਾਰ ਲਿਖ ਦਿੰਦੇ ਸੀ। A perfect example is this verse in the book of Genesis. ਔਰ ਜਿਸ ਤਰ੍ਹਾਂ ਤੁਸੀਂ ਉਤਪਤੀ ਦੀ ਪੁਸਤਕ ਵਿੱਚ ਉਹਦਾ ਪਹਿਲਾ ਅਧਿਆਇ ਉਹਦੀ 27 ਆਇਤ ਦੇ ਵਿੱਚ ਦੇਖੋ, ਜਦੋਂ The author was trying to convey the idea that God was the creator. ਇਸ ਵਰਸ ਦੇ ਵਿੱਚ ਜਦੋਂ ਤੁਸੀਂ ਪੜੋਗੇ ਤੇ ਲਿਖਾਰੀ ਜਿਹੜਾ ਸੀ ਇੱਕ ਗੱਲ ਤੇ ਉਹ ਜ਼ੋਰ ਦੇ ਰਿਹਾ ਸੀ ਉਹਨਾਂ ਸ਼ਬਦਾਂ ਨੂੰ ਲਿਖ ਕੇ ਦੁਬਾਰਾ। So in English, we would write the word creator with an exclamation point. ਔਰ ਜਦੋਂ ਅਸੀਂ ਅੰਗਰੇਜ਼ੀ ਦੇ ਵਿੱਚ ਇਹ ਸ਼ਬਦ ਕ੍ਰੀਏਟਡ ਲਿਖਾਂਗੇ ਤੇ ਉੱਥੇ ਅਸੀਂ ਇੱਕ ਐਕਸਕਲੇਮੇਸ਼ਨ ਜਿਹੜਾ ਚਿੰਨ੍ਹ ਹੈ ਉਹ ਲਾ ਦਿੰਦੇ ਹਾਂ। But in Hebrew, he just repeated it 3 times in one verse. ਲੇਕਿਨ ਤੁਸੀਂ ਇਸੇ ਵਰਸ ਦੇ ਵਿੱਚ ਦੇਖੋ ਕਿ ਜਦੋਂ ਇਬਰਾਨੀ ਦੇ ਵਿੱਚ ਉਹ ਇਸ ਗੱਲ ਦੇ ਉੱਤੇ ਜ਼ੋਰ ਦੇਣਾ ਚਾਹੁੰਦੇ ਸੀ ਕਿ ਪ੍ਰਭੂ ਨੇ ਸਭ ਕੁਝ ਪੈਦਾ ਕੀਤਾ ਹੈ ਤੇ ਉਹ ਬਾਰ-ਬਾਰ ਕ੍ਰੀਏਟਡ ਲਿਖ ਦਿੰਦੇ ਸੀ। You see many examples of this in the Bible. ਔਰ ਇਸ ਤਰੀਕੇ ਨਾਲ ਲਿਖਾਰੀਆਂ ਦਾ ਲਿਖਣਾ ਬਾਈਬਲ ਦੇ ਵਿੱਚ ਬਹੁਤ ਵਾਰੀ ਸਾਨੂੰ ਉਦਾਹਰਨਾਂ ਮਿਲਦੀਆਂ ਹਨ। At the end of creation, talking about the Sabbath, ਔਰ ਫਿਰ ਅਸੀਂ ਦੇਖਦੇ ਹਾਂ ਕਿ ਜਦੋਂ ਦੁਨੀਆ ਬਣਾਈ ਗਈ ਤੇ ਉਸ ਦੇ ਵਿੱਚ ਜਿਹੜਾ ਹਫਤੇ ਦਾ 7ਵਾਂ ਦਿਨ ਜਿਸ ਨੂੰ ਬਾਈਬਲ ਸੈਬਤ ਕਿਹਾ ਗਿਆ ਹੈ, ਜਦੋਂ ਉਸ ਗੱਲ ਤੇ ਜ਼ੋਰ ਦਿੱਤਾ ਜਾਏ ਸੈਬਤ ਦੇ ਬਾਰੇ, the biblical author repeated 3 times the seventh day, the seventh day, the seventh day. ਔਰ ਉਹਦੇ ਵਿੱਚ ਵੀ ਜੋ ਲਿਖਾਰੀ ਨੇ ਪ੍ਰਭੂ ਦੀ ਮਰਜ਼ੀ ਦੇ ਮੁਤਾਬਕ 7ਵੇਂ ਦਿਨ ਤੇ ਜ਼ੋਰ ਦੇਣ ਲਈ ਉੱਥੇ ਸਾਫ਼ ਲਿਖਿਆ ਬਾਰ-ਬਾਰ 7ਵਾਂ ਦਿਨ, 7ਵਾਂ ਦਿਨ, 7ਵਾਂ ਦਿਨ।
When the angels talked about God, they said, Holy, holy, holy. ਜਦੋਂ ਸਵਰਗਦੂਤ ਪ੍ਰਭੂ ਦੇ ਬਾਰੇ ਦੱਸਦੇ ਸੀ ਤੇ ਉਹ ਬਾਰ-ਬਾਰ ਦੱਸਦੇ ਸੀ ਪਵਿੱਤਰ ਪਵਿੱਤਰ ਪਵਿੱਤਰ। And when Daniel wanted to emphasize that Nebuchadnezzar was rebellious, ਔਰ ਜਦੋਂ ਡੈਨੀਅਲ ਜੋ ਕਿ ਬਾਈਬਲ ਦੇ ਵਿੱਚ ਇੱਕ ਨਬੀ ਹੋਇਆ, ਜਦੋਂ ਉਹ ਇੱਕ ਤਸਵੀਰ ਜਿਹੜੀ ਨਬੂਕਦਨਜ਼ਰ ਬਾਦਸ਼ਾਹ ਨੇ ਬਣਾਈ ਸੀ ਉਹਦੇ ਉੱਤੇ ਜਦੋਂ ਉਹ ਜ਼ੋਰ ਦਿੰਦਾ ਸੀ, he repeated it over and over, as you can see in these verses. ਔਰ ਜਦੋਂ ਤੁਸੀਂ ਆ ਜੋ ਬਾਈਬਲ ਦੇ ਵਿੱਚ ਹਵਾਲੇ ਲਿਖੇ ਨੇ, ਬਾਈਬਲ ਦੀ ਪੁਸਤਕ ਵਿੱਚ ਡੈਨੀਅਲ ਦਾ ਤੀਸਰਾ ਅਧਿਆਇ, ਔਰ ਉਹਦੇ ਵਿੱਚ ਬਾਰ-ਬਾਰ ਉਹ ਕੀ ਲਿਖਦਾ ਸੀ? He said Nebuchadnezzar set up an image. ਔਰ ਉਹਦੇ 'ਚ ਬਾਰ-ਬਾਰ ਲਿਖਦਾ ਹੈ ਕਿ ਨਬੂਕਦਨਜ਼ਰ ਨੇ ਇੱਕ ਮੂਰਤ ਬਣਾਈ, ਇੱਕ ਮੂਰਤ ਬਣਾਈ, ਇੱਕ ਮੂਰਤ ਬਣਾਈ। And he says it over and over to get the point. ਔਰ ਇਸੇ ਗੱਲ ਨੂੰ ਉਹ ਬਾਰ-ਬਾਰ ਲਿਖ ਦਿੰਦਾ ਸੀ, ਇਹ ਗੱਲ ਦੇ ਜ਼ੋਰ ਦੇਣ ਲਈ ਕਿ ਨਬੂਕਦਨਜ਼ਰ ਨੇ ਇੱਕ ਮੂਰਤ ਬਣਾਈ ਸੀ। So let's take a look at context. ਔਰ ਹੁਣ ਅਸੀਂ ਦੇਖੀਏ ਕਿ ਜੋ ਪ੍ਰਸੰਗ ਹੈ, ਯਾਨੀ ਕਿ ਮੁੱਦਾ ਹੈ। In order for us to understand what a word or a phrase means, ਔਰ ਜਦੋਂ ਅਸੀਂ ਇਸ ਪ੍ਰਸੰਗ ਨੂੰ ਜਾਂ ਮੁੱਦੇ ਨੂੰ ਸਮਝਣ ਵਾਸਤੇ ਕਿ ਜੋ ਵਰਸ ਹੈ ਉਹ ਕੀ ਕਹਿ ਰਹੀ ਹੈ, we have to understand how those words and phrases are used in the context. ਔਰ ਫਿਰ ਉਹਨੂੰ ਸਮਝਣਾ ਪਏਗਾ ਕਿ ਉਹ ਜਿਹੜੀ ਵਰਸ ਜਾਂ ਸ਼ਲੋਕ ਜਾਂ ਆਇਤ ਲਿਖੀ ਗਈ ਹੈ ਉਹ ਕਿਸ ਪ੍ਰਸੰਗ ਉੱਤੇ ਹੈ, ਕਿਸ ਮੁੱਦੇ ਉੱਤੇ ਹੈ, ਕਿਸ ਵਿਸ਼ੇ ਦੇ ਉੱਤੇ ਹੈ। A good example is in the creation story and the word Adam. ਔਰ ਜਦੋਂ ਦੁਨੀਆ ਬਣਾਈ ਗਈ ਔਰ ਪੈਦਾਇਸ਼ ਦੀ ਉਤਪਤੀ ਦੀ ਕਿਤਾਬ ਵਿੱਚ ਬਾਰ-ਬਾਰ ਲਿਖਿਆ ਹੈ ਇੱਕ ਸ਼ਬਦ ਆਦਮ ਆਦਮ। In Genesis chapter 1, ਔਰ ਉਤਪਤੀ ਦੀ ਪੁਸਤਕ ਉਹਦੇ ਪਹਿਲੇ ਅਧਿਆਇ ਦੇ ਵਿੱਚ the word Adam is used to mean all of mankind. ਜਦੋਂ ਆਦਮ ਜਿਹੜਾ ਬਾਰ-ਬਾਰ ਲਿਖਿਆ ਜਾਂਦਾ ਤਾਂ ਉਹਦਾ ਅਰਥ ਇਹ ਹੈ ਕਿ ਮਨੁੱਖਤਾ ਜਿਹੜੀ ਆ ਉਹ ਕਿੱਦਾਂ ਪੈਦਾ ਹੋਈ। God referred to Adam and Eve as Adam. ਔਰ ਪਰਮਾਤਮਾ ਨੇ ਔਰਤ ਨੂੰ ਤੇ ਆਦਮੀ ਨੂੰ ਦੋਨਾਂ ਨੂੰ ਹੀ ਆਦਮ ਕਹਿ ਕੇ ਮਤਲਬ ਕਿ ਜੋ ਮਨੁੱਖਤਾ ਸੀ ਉਸ ਨੂੰ ਜ਼ਾਹਰ ਕਰਦਾ ਸੀ। Because the word Adam meant man. ਔਰ ਪਹਿਲਾਂ ਤੇ ਆਦਮ ਦਾ ਅਰਥ ਸੀ ਮਨੁੱਖ। And Adam and Eve were mankind. ਔਰ ਜਦੋਂ ਆਦਮ ਤੇ ਹਵਾ ਨੂੰ ਇਕੱਠਿਆਂ ਆਦਮ ਕਹਤਾ ਤਾਂ ਉਹਦਾ ਅਰਥ ਇਹ ਹੋਇਆ ਕਿ ਮਨੁੱਖਤਾ ਜਿਹੜੀ ਸੀ। But in the next chapter, the word Adam ਜਦੋਂ ਅਗਲੇ ਅਧਿਆਇ ਦੇ ਵਿੱਚ ਦੇਖੋ ਉਤਪਤੀ ਦੀ ਕਿਤਾਬ ਵਿੱਚ ਤੇ ਉੱਥੇ ਜਦੋਂ ਆਦਮ ਕਿਹਾ ਗਿਆ, the word Adam is used specifically for the name of the man. ਔਰ ਉਹਦੇ ਵਿੱਚ ਅਸੀਂ ਦੇਖਦੇ ਹਾਂ ਕਿ ਜਿਹੜਾ ਮਨੁੱਖ ਪਹਿਲਾਂ ਪੈਦਾ ਕੀਤਾ ਗਿਆ ਉਸ ਦਾ ਅਰਥ ਹੈ, ਉਹਦਾ ਨਾਂ ਆਦਮ ਰੱਖਿਆ ਤੇ ਉਹਦੇ ਵਿੱਚ ਜਦੋਂ ਆਦਮ ਲਿਖਿਆ ਗਿਆ ਉਹਦਾ ਅਰਥ ਇਹ ਹੈ ਕਿ ਇੱਕ ਮਨੁੱਖ। So it was specific to him, separate from his wife. ਔਰ ਇਹ ਜਦੋਂ ਕੱਲਾ ਮਨੁੱਖ ਦਾ ਨਾਂ ਆਦਮ ਰੱਖਿਆ ਗਿਆ ਤਾਂ ਉਹਦਾ ਮਤਲਬ ਇਹ ਸੀ ਕੱਲਾ ਆਦਮ ਹੀ, ਨਾਲ ਉਸ ਵੇਲੇ ਬੀਵੀ ਜਾਂ ਉਹਦੀ ਔਰਤ ਨਹੀਂ ਸੀ। So when we see the word Adam, ਜੋ ਇਸ ਕਰਕੇ ਜਦੋਂ ਅਸੀਂ ਇਸ ਅੱਖਰ ਨੂੰ ਪੜ੍ਹਦੇ ਹਾਂ ਆਦਮ ਨੂੰ, the only way to know what the word means ਜਦੋਂ ਉਸ ਦਾ ਅਰਥ ਅਸੀਂ ਸਮਝੀਏ, ਉਹਦਾ ਸਮਝਣ ਦਾ ਇੱਕੋ ਤਰੀਕਾ ਹੈ is to look at how it's being used. ਕਿ ਉਸ ਨੂੰ ਦੇਖੀਏ ਕਿ ਇਹ ਕਿਹੜੀ ਜਗ੍ਹਾ ਔਰ ਕਿਸ ਤਰ੍ਹਾਂ ਔਰ ਕਿਉਂ ਉਹ ਸ਼ਬਦ ਹੈ ਜੋ ਵਰਤਿਆ ਗਿਆ ਹੈ। This is what it means to understand the context. ਔਰ ਇਹਦਾ ਮਤਲਬ ਇਹ ਹੈ ਕਿ ਉਹ ਕਿਹੜੇ ਵਿਸ਼ੇ ਦੇ ਉੱਤੇ ਉਹ ਲਫ਼ਜ਼ ਜਿਹੜਾ ਹੈ ਜਾਂ ਅਰਥ ਜਿਹੜਾ ਕੱਢਿਆ ਗਿਆ ਹੈ। Now let's look at authorship and style. ਹੁਣ ਅਸੀਂ ਦੇਖੀਏ ਕਿ ਲਿਖਾਰੀਆਂ ਦਾ ਸਟਾਈਲ ਜਿਹੜਾ ਸੀ, ਤਰੀਕਾ ਜਿਹੜਾ ਸੀ ਉਹਦੇ ਬਾਰੇ। Something that will help us understand the Bible better is if we understand two things. ਔਰ ਬਾਈਬਲ ਨੂੰ ਅਸੀਂ ਅੱਛੇ ਤਰੀਕੇ ਨਾਲ ਸਮਝ ਸਕਦੇ ਹਾਂ ਜੇ ਅਸੀਂ ਇਹਨਾਂ ਦੋਵਾਂ ਗੱਲਾਂ ਦਾ ਧਿਆਨ ਰੱਖੀਏ। If we know who the author who's writing is, ਸਭ ਤੋਂ ਪਹਿਲਾਂ ਅਸੀਂ ਇਹ ਦੇਖੀਏ ਕਿ ਜੋ ਲਿਖਾਰੀ ਹੈ ਉਹ ਕਿਸ ਬਾਰੇ ਔਰ ਕਦੋਂ ਲਿਖ ਰਿਹਾ ਹੈ ਔਰ ਕਿਹਨੂੰ ਲਿਖ ਰਿਹਾ ਹੈ। and we understand the style of writing. ਔਰ ਫਿਰ ਅਸੀਂ ਦੇਖੀਏ ਕਿ ਉਹ ਕਿਸ ਤਰੀਕੇ ਨਾਲ ਉਹ ਲਿਖਾਰੀ ਹੈ, ਕਿਸ ਤਰ੍ਹਾਂ ਲਿਖਦਾ ਹੈ। Now sometimes the Bible specifically tells us who the author is. ਔਰ ਕਦੇ-ਕਦੇ ਅਸੀਂ ਦੇਖਦੇ ਹਾਂ ਕਿ ਬਾਈਬਲ ਸਾਨੂੰ ਸਾਫ਼ ਦੱਸ ਦਿੰਦੀ ਹੈ ਕਿ ਉਸ ਪੁਸਤਕ ਦਾ ਲਿਖਾਰੀ ਕੌਣ ਹੈ। But sometimes it doesn't.
ਲੇਕਿਨ ਕਦੇ-ਕਦੇ ਬਾਈਬਲ ਨਹੀਂ ਦੱਸਦੀ। The only way we know who wrote certain books ਉਹਦਾ ਅਸੀਂ ਇਹ ਜਾਣਨ ਲਈ ਕਿ ਇਹ ਪੁਸਤਕ ਕਿਸ ਨੇ ਲਿਖੀ ਹੈ is through Christian tradition. ਔਰ ਉਹ ਹੈ ਕਿ ਜੋ ਕਿ ਮਸੀਹੀ ਰਸਮੋ ਰਿਵਾਜ ਜਿਹੜੇ ਉਸ ਵੇਲੇ ਦੇ ਸਨ, Means that the authorship was passed down year after year after year. ਉਸ ਦਾ ਅਰਥ ਇਹ ਹੋਇਆ ਕਿ ਉਹ ਲਿਖਾਰੀ ਜਿਹੜਾ ਸੀ ਉਹਦੀ ਲਿਖਤ ਜਿਹੜੀ ਸੀ ਕਈਆਂ ਪੁਸ਼ਤਾਂ ਤੋਂ, ਇੱਕ ਪੁਸ਼ਤ ਤੋਂ ਦੂਸਰੀ ਪੁਸ਼ਤ ਇਸ ਤਰ੍ਹਾਂ ਪੁਸ਼ਤਾਂ ਤੋਂ ਗਾਂ ਤੁਰੀ ਆਈ। So when the Apostle John wrote a book ਜਦੋਂ ਯਹੋਨਾ ਨੇ ਆਪਣੀ ਪੁਸਤਕ ਲਿਖੀ and he gave that book out to the community, ਔਰ ਜਦੋਂ ਫਿਰ ਲਿਖ ਕੇ ਨੇ ਜੋ ਉਸਨੇ ਪੁਸਤਕ ਲਿਖੀ, ਫਿਰ ਜਦੋਂ ਪ੍ਰਭੂ ਦੇ ਨਬੀਆਂ ਨੂੰ ਜਾਂ ਦੂਸਰੇ ਲੋਕਾਂ ਨੂੰ ਉਹਨੇ ਉਹਨਾਂ ਦੇ ਹਵਾਲੇ ਕੀਤੀ, everyone knew that John had wrote it. ਸਾਰਿਆਂ ਨੂੰ ਇਹ ਪਤਾ ਸੀ ਕਿ ਇਹ ਯਹੋਨਾ ਨੇ ਲਿਖੀ ਹੈ। And then when they made copies, they told the people that they gave it to that John had wrote it. ਜਦੋਂ ਉਹ ਪੁਸਤਕ ਜਿਹੜੀ ਸੀ ਲੋਕਾਂ ਨੂੰ ਦਿੱਤੀ ਗਈ ਤੇ ਉਹਨਾਂ ਨੇ ਆਪ ਹੀ ਲੋਕਾਂ ਨੂੰ ਦੱਸਿਆ ਕਿ ਇਹ ਪੁਸਤਕ ਸਾਨੂੰ ਯਹੋਨਾ ਨੇ ਦਿੱਤੀ ਹੈ। And then when those people made copies, they told people that John had wrote it. ਔਰ ਜਦੋਂ ਉਹਨਾਂ ਨੇ ਉਸੇ ਜੋ ਯਹੋਨਾ ਨੇ ਉਹਨਾਂ ਨੂੰ ਪੁਸਤਕ ਦਿੱਤੀ ਸੀ, ਉਹਨਾਂ ਨੇ ਜਦੋਂ ਹੋਰ ਉਹਦੀਆਂ ਕਾਪੀਆਂ ਕਰਕੇ ਲੋਕਾਂ ਨੂੰ ਦਿੱਤੀਆਂ ਤੇ ਉਹਨਾਂ ਨੇ ਲੋਕਾਂ ਨੂੰ ਦੱਸ ਦਿੱਤਾ ਕਿ ਇਹ ਪੁਸਤਕ ਜਿਹੜੀ ਹੈ ਇਹ ਯਹੋਨਾ ਨੇ ਦਿੱਤੀ ਸੀ। ਔਰ ਫਿਰ ਇਸੇ ਤਰੀਕੇ ਨਾਲ ਅੱਗੇ ਜਦੋਂ ਪੁਸਤਕਾਂ ਦਿੱਤੀਆਂ ਗਈਆਂ ਲੋਕਾਂ ਨੂੰ ਤੇ ਉਹ ਨਾਲ ਇਹ ਵੀ ਦੱਸ ਦਿੱਤਾ ਗਿਆ ਕਿ ਇਹ ਪੁਸਤਕ ਦਾ ਲਿਖਾਰੀ ਯਹੋਨਾ ਹੈ। This is what we mean by Christian tradition. ਔਰ ਜੋ ਅਸੀਂ ਦੇਖਦੇ ਹਾਂ ਕਿ ਉਸ ਵੇਲੇ ਦੇ ਮਸੀਹੀ ਲੋਕਾਂ ਦਾ ਜੋ ਰਿਵਾਜ ਸੀ ਪੁਸਤਕਾਂ ਦੇ ਬਾਰੇ ਦੱਸਣਾ ਲੋਕਾਂ ਨੂੰ, ਸਾਡਾ ਅਰਥ ਇਹੀ ਆ ਕਿ ਮਸੀਹੀ ਲੋਕਾਂ ਦਾ ਰਸਮੋ ਰਿਵਾਜ ਜਿਹੜਾ ਸੀ, ਜੋ ਤਰੀਕਾ ਸੀ। In different parts of the Bible were written in different styles. ਔਰ ਦੁਨੀਆ ਦੇ ਅਲੱਗ-ਅਲੱਗ ਹਿੱਸਿਆਂ ਵਿੱਚ ਬਾਈਬਲ ਦਾ ਜਿਹੜਾ ਲਿਖਣ ਦਾ ਤਰੀਕਾ ਸੀ ਉਹ ਵੱਖਰਾ ਸੀ। Certain parts of the Bible were historical. ਔਰ ਕਈ ਵਾਰੀ ਜੋ ਕਈ ਦੁਨੀਆ ਦੇ ਕਈ ਹਿੱਸੇ ਦੇ ਵਿੱਚ ਕਈ ਪੁਸਤਕਾਂ ਜਿਹੜੀਆਂ ਸੀ ਉਹ ਤਵਾਰੀਖ ਜਾਂ ਇਤਿਹਾਸ ਬਾਰੇ ਸੀ। That means they were just documenting historical acts and events. ਔਰ ਉਸ ਦਾ ਅਰਥ ਇਹ ਸੀ ਕਿ ਉਸ ਵੇਲੇ ਇਤਿਹਾਸ ਦੇ ਵਿੱਚ ਜੋ ਘਟਨਾ ਹੋਈ ਉਸ ਨੂੰ ਉਹ ਲਿਖ ਰਹੇ ਸਨ। It was almost like a record. ਔਰ ਇੱਕ ਤਰ੍ਹਾਂ ਦਾ ਉਹ ਰਿਕਾਰਡ ਰੱਖਿਆ ਗਿਆ ਸੀ। But there are certain parts of the Bible that are poetry. ਔਰ ਕਈ ਬਾਈਬਲ ਦੇ ਵਿੱਚ ਅਸੀਂ ਦੇਖਦੇ ਹਾਂ ਕਿ ਕਵਿਤਾ ਦੇ ਤੌਰ ਉੱਤੇ ਵੀ ਲਿਖੀਆਂ ਗਈਆਂ। There are certain parts of the books that are written as letters from a father to a son. ਔਰ ਕਈ ਵਾਰੀ ਜੋ ਪੁਸਤਕਾਂ ਸੀ ਉਹ ਖਤਾਂ ਦੇ ਰੂਪ ਵਿੱਚ ਲਿਖੀਆਂ ਗਈਆਂ, ਇੱਕ ਆਦਮੀ ਨੇ ਜੋ ਦੂਸਰੇ ਨੂੰ ਲਿਖੀ ਗਈ। And then there's parts of the Bible that are prophetic. ਔਰ ਕਈ ਬਾਈਬਲ ਦੀਆਂ ਪੁਸਤਕਾਂ ਨੇ ਜਿਹਦੇ ਵਿੱਚ ਭਵਿੱਖਬਾਣੀਆਂ ਯਾਨੀ ਕਿ ਦੁਨੀਆ ਦੇ ਉੱਤੇ ਜੋ ਘਟਨਾ ਘਟਣੀਆਂ ਸੀ ਉਹਦੇ ਬਾਰੇ ਜੋ ਲਿਖਿਆ ਗਿਆ, such as the Apocalypse, the book of Revelation. ਔਰ ਜਿਸ ਤਰ੍ਹਾਂ ਕਿ ਬਾਈਬਲ ਦੀ ਆਖਰੀ ਪੁਸਤਕ ਜਿਸ ਨੂੰ ਅਸੀਂ ਪ੍ਰਕਾਸ਼ ਦੀ ਪੋਥੀ ਕਹਿੰਦੇ ਹਾਂ। The point is, you can't read each section the same way. ਜੋ ਕਹਿਣ ਦਾ ਜਾਂ ਦੱਸਣ ਦਾ ਅਰਥ ਇਹ ਹੈ ਕਿ ਤੁਸੀਂ ਹਰ ਇੱਕ ਪੁਸਤਕ ਜਿਹੜੀ ਹੈ ਉਸ ਨੂੰ ਇੱਕੋ ਹੀ ਮਜ਼ਮੂਨ ਸਾਹਮਣੇ ਰੱਖ ਕੇ ਨਹੀਂ ਪੜ੍ਹ ਸਕਦੇ, ਨਾ ਹੀ ਸਮਝ ਸਕਦੇ ਹੋ। A word or expression in a poem is not the same as a word or expression in a letter. ਜਿਸ ਤਰ੍ਹਾਂ ਕਿ ਇੱਕ ਕਵਿਤਾ ਦੇ ਵਿੱਚ ਲਿਖੇ ਗਏ ਜੋ ਸ਼ਬਦ ਨੇ ਉਹਨਾਂ ਦਾ ਅਰਥ ਜਿਹੜਾ ਹੈ ਉਹ ਸਧਾਰਨ ਤੌਰ ਤੇ ਜਦੋਂ ਕੋਈ ਲਿਖਿਆ ਜਾਂਦਾ ਹੈ ਉਸੇ ਤਰੀਕੇ ਨਾਲ ਉਹਨਾਂ ਦਾ ਅਰਥ ਨਹੀਂ ਹੋ ਸਕਦਾ। So when you read a word or an expression, ਜਦੋਂ ਇੱਕ ਸ਼ਬਦ ਤੁਸੀਂ ਪੜ੍ਹਦੇ ਹੋ ਤੇ ਉਹਦਾ ਤੁਸੀਂ ਜੋ ਅਰਥ ਕੱਢਦੇ ਹੋ, you have to ask yourself, ਫਿਰ ਤੁਹਾਨੂੰ ਆਪਣੇ ਆਪ ਹੀ ਇਹ ਗੌਰ ਕਰਨੀ ਪਏਗੀ is this a historical record or a poem? ਕਿ ਇਹ ਜੋ ਸ਼ਬਦ ਹੈ ਇਹ ਇਤਿਹਾਸਕ ਤੌਰ ਉੱਤੇ ਹੈ ਜਾਂ ਇੱਕ ਕਵਿਤਾ ਦੇ ਤੌਰ ਉੱਤੇ ਲਿਖਿਆ ਗਿਆ। And this will affect how we interpret the meaning. ਔਰ ਇਸੇ ਤਰੀਕੇ ਨਾਲ ਹੀ ਤੁਹਾਡੀ ਸੋਚ ਵਿੱਚ ਸਮਝਣ ਦੀ ਸੁਧਾਰ ਹੋਏਗਾ। On this last slide, I'm going to summarize this quotation. ਹੁਣ ਜਿਹੜੀ ਆਖਰੀ ਗੱਲ ਜਿਹੜੀ ਤੁਸੀਂ ਦੇਖ ਰਹੇ ਹੋ ਇਹਦੇ ਵਿੱਚ ਇੱਕ ਨਿਚੋੜ ਕੱਢਣਗੇ। The books of the Bible ਬਾਈਬਲ ਦੀਆਂ ਜੋ ਵੀ ਪੁਸਤਕਾਂ ਨੇ are written in a wide contrast of styles. ਔਰ ਇੱਕ ਬੜੇ
ਖੁੱਲੇ ਤਰੀਕਿਆਂ ਦੇ ਨਾਲ ਵੱਖਰੇ ਵੱਖਰੇ ਤਰੀਕੇ ਨਾਲ ਲਿਖੇ ਗਏ ਨੇ। Often, the same truth written by one ਅਕਸਰ ਇੱਕ ਪੁਸਤਕ ਜੋ ਲਿਖੀ ਗਈ ਉਹਦੇ ਵਿੱਚ ਜੋ ਵੀ ਉਹਦਾ ਅਰਥ ਸੀ is expressed by another biblical author, but in a slightly different way. ਉਸੇ ਇੱਕ ਹੋਰ ਲਿਖਾਰੀ ਨੇ ਉਹੀ ਗੱਲ ਲਿਖੀ ਲੇਕਿਨ ਇੱਕ ਹੋਰ ਤਰੀਕੇ ਦੇ ਨਾਲ। And all of these truths fit together to make a perfect whole. ਔਰ ਉਹ ਜਦੋਂ ਸਾਰੇ ਪੁਸਤਕਾਂ ਦਾ ਗੱਠਜੋੜ ਕਰਕੇ ਉਹਨਾਂ ਦਾ ਅਰਥ ਸਮਝਣ ਦੇ ਨਾਲ ਇੱਕ ਮਜ਼ਮੂਨ ਯਾਨੀ ਕਿ ਇੱਕ ਪ੍ਰਸੰਗ ਦੇ ਉੱਤੇ ਉਹਦਾ ਅਰਥ ਨਿਕਲ ਸਕਦਾ ਹੈ। That brings us to the end of this lesson. ਹੁਣ ਇਸ ਲੈਸਨ ਦਾ ਯਾਨੀ ਕਿ ਸਬਕ ਦਾ ਅਸੀਂ ਉਸ ਦੇ ਖਾਤਮੇ ਤੇ ਪਹੁੰਚ ਗਏ ਹਾਂ। Me and my dad would like to thank you for joining us. ਕਹਿੰਦੇ ਨੇ ਕਿ ਅਸੀਂ ਦੋਨੋਂ ਮਿਲ ਕੇ ਤੁਹਾਡਾ ਬਹੁਤ ਧੰਨਵਾਦ ਕਰਦੇ ਹਾਂ And we look forward to seeing you back again next week. ਔਰ ਅਸੀਂ ਉਮੀਦ ਕਰਦੇ ਹਾਂ ਕਿ ਇਸੇ ਤਰੀਕੇ ਨਾਲ ਅਗਲੇ ਹਫਤੇ ਫਿਰ ਇੱਕ ਨਵੇਂ ਲੈਸਨ ਦੇ ਉੱਤੇ ਪੜ੍ਹ ਕੇ ਔਰ ਸੁਣ ਕੇ ਅਸੀਂ ਆਨੰਦ ਮਾਣਾਂਗੇ। And if you're enjoying these lessons, ਅਗਰ ਤੁਸੀਂ ਇਹਨਾਂ ਲੈਸਨਾਂ ਦਾ ਜਾਂ ਅਰਥ ਸਮਝ ਕੇ ਆਨੰਦ ਮਾਣ ਰਹੇ ਹੋ please make sure you support this channel. ਔਰ ਮਿਹਰਬਾਨੀ ਨਾਲ ਇਸ ਚੈਨਲ ਨੂੰ ਸਪੋਰਟ ਵੀ ਕਰੋ। Make sure you hit that big red subscribe button. ਔਰ ਮਿਹਰਬਾਨੀ ਨਾਲ ਉਹ ਜਿਹੜਾ ਲਾਲ ਸ਼ਬਦ ਹੈ ਸਬਸਕ੍ਰਾਈਬ ਉਸ ਦੇ ਉੱਤੇ ਉਂਗਲ ਕਰਕੇ ਇਸ ਨੂੰ ਸਬਸਕ੍ਰਾਈਬ ਕਰੋ। And if you have any questions about the lessons, ਅਗਰ ਇਹਨਾਂ ਲੈਸਨਾਂ ਦੇ ਉੱਤੇ ਤੁਹਾਨੂੰ ਕੋਈ ਪ੍ਰਸ਼ਨ ਹੈ please leave your questions down in the comment section below. ਔਰ ਜਿੱਥੇ ਲਿਖਿਆ ਹੈ ਕਮੈਂਟ ਤੇ ਉਹਦੇ ਵਿੱਚ ਲਿਖ ਕੇ ਪ੍ਰਸ਼ਨ ਪੁੱਛ ਸਕਦੇ ਹੋ। And my dad and I will get back to you very quickly. ਔਰ ਉਹਨਾਂ ਦਾ ਉੱਤਰ ਅਸੀਂ ਦੋਨੋਂ ਜਣੇ ਜ਼ਰੂਰ ਉਹਨਾਂ ਦਾ ਉੱਤਰ ਤੁਹਾਡੇ ਪਾਸ ਭੇਜਾਂਗੇ। So until next week, ਆਉਣ ਵਾਲੇ ਹਫਤੇ ਤੱਕ as always, ਜਿਸ ਤਰ੍ਹਾਂ ਹਮੇਸ਼ਾ we commend unto you ਅਸੀਂ ਤੁਹਾਡੇ ਸਾਹਮਣੇ ਤੁਹਾਨੂੰ ਪੇਸ਼ ਕਰਦੇ ਹਾਂ ਤੁਹਾਡੇ ਲਈ the Bible. ਪ੍ਰਭੂ ਦਾ ਵਚਨ ਬਾਈਬਲ ਪ੍ਰਭੂ ਦੀ ਬਾਣੀ ਬਾਈਬਲ। So now my dad is going to offer a closing blessing and a prayer. ਹੁਣ ਮੈਂ ਤੁਹਾਡੇ ਵਾਸਤੇ ਪ੍ਰਾਰਥਨਾ ਕਰਾਂਗਾ ਔਰ ਬਰਕਤ ਵੀ ਦਿਆਂਗਾ। Until we see you again next week. ਔਰ ਰਾਜੀ ਰਹੋ ਜਦ ਤੱਕ ਅਸੀਂ ਦੁਬਾਰਾ ਨਹੀਂ ਮਿਲਦੇ ਤੇ ਆਓ ਪ੍ਰਾਰਥਨਾ ਕਰੀਏ। Okay, Dad. ਸਰਵ ਸ਼ਕਤੀਮਾਨ ਪ੍ਰਭੂ ਤੁਹਾਡਾ ਧੰਨਵਾਦ ਕਰਦੇ ਹਾਂ ਕਿ ਪਿਛਲੇ ਹਫ਼ਤਿਆਂ ਦੇ ਵਿੱਚ ਤੁਸੀਂ ਸਾਨੂੰ ਸਾਰਿਆਂ ਨੂੰ ਜੀਵਤ ਰੱਖਿਆ। ਅੱਜ ਬਹੁਤ ਸਾਰੇ ਲੋਕ ਜੋ ਕਿ ਅੱਜ ਦੇ ਦਿਹਾੜੇ ਨੂੰ ਨਹੀਂ ਦੇਖ ਸਕੇ ਤੁਹਾਡਾ ਧੰਨਵਾਦ ਕਰਦੇ ਹਾਂ ਕਿ ਫਿਰ ਅਜੇ ਤੱਕ ਤਾਂ ਸਾਨੂੰ ਤੁਸੀਂ ਆਪਣੇ ਸੇਵਕਾਂ ਵਾਸਤੇ ਆਪਣੀ ਸੇਵਾ ਵਾਸਤੇ ਸਾਨੂੰ ਕਾਇਮ ਰੱਖਿਆ ਹੈ। ਮੇਰੀ ਪ੍ਰਾਰਥਨਾ ਹੈ ਕਿ तमाम ਸੁਣਨ ਵਾਲਿਆਂ ਨੂੰ ਸਾਰਿਆਂ ਨੂੰ ਆਪਣਾ ਜੀਵਨ ਦਾਨ ਬਖਸ਼ੋ ਔਰ ਸਾਨੂੰ ਉਦੋਂ ਤੱਕ ਸਾਡੇ ਨਾਲ ਹਮੇਸ਼ਾ ਸਾਡੀ ਪਵਿੱਤਰ ਆਤਮਾ ਸਾਡੇ ਨਾਲ ਰਹੇ ਸਾਡਾ ਜੀਵਨ ਤੁਹਾਡੇ ਵਿੱਚ ਰੰਗਿਆ ਰਹੇ ਜਦ ਤੱਕ ਫਿਰ ਦੁਬਾਰਾ ਅਸੀਂ ਨਹੀਂ ਮਿਲਦੇ ਕਿਉਂਕਿ ਪ੍ਰਭੂ ਯਿਸੂ ਮਸੀਹ ਦਾ ਨਾਮ ਲੈ ਕੇ ਮੰਗਦੇ ਹਾਂ ਆਮੀਨ। Amen.